ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਜਿਸ ਸਮੇਂ ਇਹ ਹਾਲਤ ਸੀ, ਕਲ ਕਾਤੀ ਰਾਜੇ ਕਾ ਸਾਈ। ਧਰਮ ਪੰਖ ਕਰ ਉਡਰਿਆ, ਕੂੜ ਉਮਾਸ ਅਮਾਵਸ। ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ, ਆਧੇਰੈ ਰਾਹੂ ਨ ਕੋਈ। ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਧ ਗਤ ਹੋਈ। ਜਗਤ ਜਲੰਦੇ ਨੂੰ ਠਾਰਨ ਵਾਸਤੇ, ਭੁੱਲਿਆਂ ਭਟਕਿਆਂ ਨੂੰ, ਹਨੇਰੇ ਚ ਤੁਰਿਆਂ ਫਿਰਦਿਆਂ ਨੂੰ ਗਿਆਨ ਦਾ ਚਾਨਣ, ਸੱਚ ਦਾ ਰਸਤਾ ਦੱਸਣ ਵਾਸਤੇ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿਮ ਪਠਾਇਆ। ਚਰਨ ਧੋਏ ਰਹਿਰਾਸ ਕਰ, ਚਰਣਾ ਅੰਮ੍ਰਿਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲ ਯੁਗ ਅੰਦਰ ਇੱਕ ਦਿਖਾਇਆ। ਚਾਰੇ ਵਰਨ ਸੋ ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਜਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਪਿਤਾ ਬਾਬਾ ਕਲਿਆਣ ਚੰਦ ਮਹਿਤਾ ਕਾਲੂ ਜੀ, ਤਿਨਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਜਗਤ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ 1526 ਬਿਕਰਮੀ ਸੰਮਤ ਕਤਕ ਸੁਦੀ ਪੂਰਨਮਾਸੀ ਨੂੰ ਦੇ ਅਨੁਸਾਰ 1469 ਈਸਵੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਰਾਏ ਭੋਜ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਵਿਖੇ ਸਤਿਗੁਰੂ ਗਰੀਬ ਨਿਵਾਜ ਜੀ ਨੇ 2 ਘੜੀਆਂ ਰਾਤ ਰਹਿੰਦੀ ਤੋਂ 2 ਘੜੀਆਂ ਰਾਤ ਢਲੀ ਤੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਅਵਤਾਰ ਧਾਰਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਲ ਲੀਲਾ ਕੀਤੀ। ਆਮ ਬੱਚਿਆਂ ਵਾਂਗ ਨਹੀਂ ਸਨ ਸਤਿਗੁਰੂ। ਸੋ ਛੋਟੀ ਉਮਰ ਵਿੱਚ ਹੀ ਧੰਨ ਗੁਰੂ ਗਰੀਬ ਨਿਵਾਜ ਜੀ ਬਾਲਕਾਂ ਨੂੰ ਪਾਸ ਲੈ ਕਰਕੇ ਬੈਠ ਜਾਂਦੇ, ਭਾਉ ਭਗਤੀ ਦਾ ਉਪਦੇਸ਼ ਬਖਸ਼ਿਸ਼ ਕਰਦੇ। ਔਰ ਜਿੰਨੇ ਵੀ ਬਾਲਕ ਸਤਿਗੁਰਾਂ ਦੇ ਪਾਸ ਖੇਡਦੇ, ਸਾਰੇ ਜਾਣਦੇ ਕਿ ਸਤਿਗੁਰੂ ਜੀ ਮੈਨੂੰ ਸਭ ਤੋਂ ਵੱਧ ਪਿਆਰ ਕਰਦੇ ਆ। ਗਰੀਬ ਨਿਵਾਜ ਜੀ ਬਾਲਕਾਂ ਨੂੰ ਪਾਸ ਲੈ ਕਰਕੇ ਬੈਠ ਜਾਂਦੇ, ਜਿਵੇਂ ਕੋਈ ਵੱਡਾ ਮਹਾਨ ਰਿਖੀ ਆਪਣੇ ਸ਼ਿਸ਼ਿਆਂ ਨੂੰ ਉਪਦੇਸ਼ ਦੇ ਰਿਹਾ ਹੁੰਦਾ, ਇਸ ਪ੍ਰਕਾਰ ਬਖਸ਼ਿਸ਼ ਕਰਦੇ। ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਦੋਂ ਪੜ੍ਹਨ ਦੇ ਯੋਗ ਹੋਏ, ਪਿਤਾ ਜੀ ਨੇ ਪਾਂਧੇ ਪਾਸ ਭੇਜਿਆ। ਸੋ ਪਹਿਲੇ ਦਿਨ ਸਤਿਗੁਰੂ ਜੀ ਪੜ੍ਹੇ, ਜੋ ਪਾਂਧੇ ਨੇ ਪੜ੍ਹਾਇਆ ਪੜ੍ਹਾਏ। ਫਿਰ ਗੁਰੂ ਕੇ ਪਿਆਰਿਓ ਅਗਲੇ ਦਿਨ ਗਏ, ਪਾਂਧਾ ਕਹਿੰਦਾ ਕਿ ਪੜ੍ਹੋ। ਸਤਿਗੁਰੂ ਗਰੀਬ ਨਿਵਾਜ ਜੀ ਨੇ ਜਦੋਂ ਨਾ ਪੜ੍ਹਿਆ ਤਾਂ ਕਹਿਣ ਲੱਗਾ, ਮੈਂ ਤੁਹਾਨੂੰ ਸ਼ਾਇਦ ਬਾਲਕ ਮਾਤਿਆ, ਤੁਸੀਂ ਖੇਡਾਂ ਵਿੱਚ ਤੁਹਾਡਾ ਜੀ ਹੈ, ਮੈਂ ਤੁਹਾਨੂੰ ਸੋ ਸੋਟੀਆਂ ਦੀ ਮਾਰ ਮਾਰਾਂਗਾ। ਗਰੀਬ ਨਿਵਾਜ ਸਤਿਗੁਰੂ ਜੀ ਨੇ ਉਸ ਵੇਲੇ ਪਾਂਧੇ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਜਾਲ ਮੋਹ ਮਸ ਕਾਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ। ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਇਸ ਪ੍ਰਕਾਰ ਉਪਦੇਸ਼ ਦੇ ਕੇ ਗੋਪਾਲ ਪਾਂਧੇ ਨੂੰ ਨਿਹਾਲ ਕੀਤਾ। ਗੁਰੂ ਕੇ ਪਿਆਰਿਓ ਮੁੱਲਾਂ ਦੇ ਪਾਸ ਸਤਿਗੁਰੂ ਜੀ ਨੂੰ ਪੜ੍ਹਨ ਭੇਜਿਆ। ਸਤਿਗੁਰੂ ਗਰੀਬ ਨਿਵਾਜ ਜੀ ਨੇ ਯਕ ਅਰਜ ਗੁਪਤਮ ਪੇਸ਼ ਦੋ, ਦਰ ਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ, ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ। ਇਹ ਪਾਵਨ ਸ਼ਬਦ ਮੁੱਲਾਂ ਦੇ ਪਰਸਾਏ ਉਚਾਰ ਕੇ ਨਿਹਾਲ ਕੀਤਾ। ਪੰਡਤ ਹਰਦਿਆਲ
ਜਿਸ ਵੇਲੇ ਸਤਿਗੁਰੂ ਜੀ ਨੂੰ ਜਨੇਊ ਪਾਉਣ ਵਾਸਤੇ ਯੱਗਯੋਪਵੀਤ ਦੀ ਰੀਤ ਕਰਨ ਵਾਸਤੇ ਆਇਆ, ਸਤਿਗੁਰੂ ਜੀ ਨੇ ਪੁੱਛਿਆ ਕਿ ਤੇਰੇ ਕੋਲ ਕਿਹੜਾ ਜੋ ਜਨੇਊ ਹੈ ਜੋ ਤੂੰ ਮੈਨੂੰ ਪਾਵੇਂਗਾ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਆਹ ਧਾਗੇ ਦਾ ਵਟਿਆ ਹੋਇਆ। ਸਤਿਗੁਰੂ ਜੀ ਨੇ ਕਿਹਾ, ਨਹੀਂ, ਇਹ ਤਾਂ ਟੁੱਟ ਜਾਏਗਾ, ਗਲ ਜਾਏਗਾ, ਇੱਥੇ ਹੀ ਇਹ ਰਹਿ ਜਾਏਗਾ, ਪਰਲੋਕ ਵਿੱਚ ਨਾਲ ਨਹੀਂ ਚੱਲੇਗਾ। ਤੇਰੇ ਪਾਸ ਜੇ ਇਹੋ ਜਿਹਾ ਉਪਦੇਸ਼ ਹੈ ਜੋ ਅਸੀਂ ਜਨੇਊ ਹੈ ਜੋ ਅਸੀਂ ਵਿਚਾਰਦੇ ਹਾਂ ਤਾਂ ਦੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਸੋ ਇਹ ਉਪਦੇਸ਼ ਦੇ ਕਰਕੇ ਜੋ ਪੰਡਿਤ ਹਰਦਿਆਲ ਨੂੰ ਸਤਿਗੁਰੂ ਗਰੀਬ ਨਿਵਾਜ ਜੀ ਨੇ ਨਿਹਾਲ ਕੀਤਾ। ਮਾਤਾ ਪਿਤਾ ਜੀ ਨੇ ਸਤਿਗੁਰੂ ਜੀ ਨੂੰ ਹੋਣਹਾਰ ਜਾਣ ਕੇ ਉਸ ਵੇਲੇ ਪਿਤਾ ਜੀ ਨੇ ਮੱਝਾਂ ਗਾਵਾਂ ਚਾਰਨ ਲਾਇਆ। ਸਤਿਗੁਰੂ ਜੀ ਗਏ, ਗੁਰੂ ਕੇ ਪਿਆਰਿਓ ਉੱਥੇ ਅਨੇਕਾਂ ਹੀ ਕੌਤਕ ਕੀਤੇ। ਮੱਝਾਂ ਨੇ ਸਾਰਾ ਖੇਤ ਹਰਿਆ ਚਰ ਲਿਆ। ਸਤਿਗੁਰੂ ਗਰੀਬ ਨਿਵਾਜ ਜੀ ਦੇ ਜਿਸ ਵੇਲੇ ਸ਼ਿਕਾਇਤ ਲਾਈ ਗਈ ਤਾਂ ਸਾਰਾ ਖੇਤ ਜੋ ਅਸੀਂ ਹਰਿਆ ਭਰਿਆ ਸੀ। ਇਸ ਪ੍ਰਕਾਰ ਇੱਕ ਦਿਨ ਸਤਿਗੁਰੂ ਜੀ ਮੱਝਾਂ ਚਾਰਦੇ ਇੱਕ ਦਰਖਤ ਦੀ ਛਾਂ ਹੇਠਾਂ ਬੈਠੇ ਵਿਰਾਜ ਗਏ। ਦਰਖਤ ਦੀ ਛਾਂ ਜੋ ਅਸੀਂ ਬਾਕੀ ਸਾਰਿਆਂ ਦਰਖਤਾਂ ਦੀ ਛਾਂ ਸੂਰਜ ਦੇ ਰਥ ਢਲਣ ਤੋਂ ਫਿਰਨ ਤੋਂ ਸਾਰੇ ਦਰਖਤਾਂ ਦੀ ਛਾਂ ਢਲ ਗਈ, ਪਰ ਜਿਸ ਦਰਖਤ ਹੇਠ ਸਤਿਗੁਰੂ ਜੀ ਬੈਠੇ ਸਨ ਉਹਦੀ ਨਾ ਢਲੀ। ਇਸ ਪ੍ਰਕਾਰ ਸੱਪ ਨੇ ਛਾਂ ਕੀਤੀ। ਦੇਖ ਕਰਕੇ ਰਾਏ ਬੁਲਾਰ ਸਤਿਗੁਰੂ ਜੀ ਦੇ ਸਿਦਕ ਧਾਰਨ ਕਰ ਲਿਆ ਔਰ ਗੁਰੂ ਕਾ ਸਿਦਕੀ ਸਿੱਖ ਹੋਇਆ। ਸੋ ਖੇਤ ਬੀਜਿਆ। ਇਸੇ ਪ੍ਰਕਾਰ ਸੋ ਗਰੀਬ ਨਿਵਾਜ ਸਤਿਗੁਰੂ ਜੀ ਨੇ ਵੈਦ ਨੂੰ ਉਪਦੇਸ਼ ਦਿੱਤਾ। ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ। ਇਸ ਪ੍ਰਕਾਰ ਉਪਦੇਸ਼ ਦੇ ਕੇ ਵੈਦ ਨੂੰ ਨਿਹਾਲ ਕੀਤਾ। ਪਿਤਾ ਜੀ ਨੇ ਖਰਾ ਸੌਦਾ ਕਰਨ ਭੇਜਿਆ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੋ ਜੋ ਪਰਮੇਸ਼ਰ ਦੀ ਬੰਦਗੀ ਕਰ ਰਹੇ ਸਨ ਉਹਨਾਂ ਸਾਧੂਆਂ ਨੂੰ 20 ਰੁਪਈਆਂ ਦਾ ਭੋਜਨ ਛਕਾ ਕਰਕੇ ਇਸ ਤਰ੍ਹਾਂ ਸੱਚਾ ਸੌਦਾ ਕੀਤਾ। ਧੰਨ ਗੁਰੂ ਗਰੀਬ ਨਿਵਾਜ ਮੋਦੀ ਖਾਨੇ ਦੀ ਕਾਰ ਆਰੰਭੀ ਸੁਲਤਾਨਪੁਰ ਵਿੱਚ 13 ਕਰਕੇ ਤੋਲਦੇ ਰਹੇ। ਸੋ ਅਨੇਕਾਂ ਹੀ ਲੋੜਵੰਦ ਸਤਿਗੁਰੂ ਜੀ ਤੋਂ ਵਰੋਸ ਆਏ, ਪਰ ਨਿੰਦਕਾਂ ਨੂੰ ਚੁਗਲਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਜਾ ਕੇ ਨਵਾਬ ਦੇ ਕੰਨ ਭਰੇ। ਜਿਸ ਸਮੇਂ ਹਿਸਾਬ ਕਿਤਾਬ ਹੋਇਆ, ਪਹਿਲੀ ਵਾਰੀ ਹਿਸਾਬ ਕਰਨ ਤੋਂ ਗੁਰੂ ਕੇ ਪਿਆਰਿਓ 135 ਰੁਪਏ ਵਧੇ। ਸੋ ਨਵਾਬ ਬੜਾ ਖੁਸ਼ ਹੋਇਆ। ਫਿਰ ਮੋਦੀ ਖਾਨ ਦੀ ਕਾਰ ਵਾਸਤੇ ਹੋਰ ਮਾਇਆ ਦਿੱਤੀ। ਇਸੇ ਤਰ੍ਹਾਂ ਸਤਿਗੁਰੂ ਜੀ ਖੁੱਲ੍ਹਾ ਵਰਤਾਉਂਦੇ ਰਹੇ, ਲੋੜਵੰਦਾਂ ਨੂੰ ਬਖਸ਼ਿਸ਼ ਕਰਦੇ ਰਹੇ। ਚੁਗਲਾਂ ਨੇ ਫੇਰ ਨਿੰਦਿਆ ਕੀਤੀ। 321 ਰੁਪਏ ਵਧੇ। 735 ਰੁਪਏ ਤੀਜੀ ਵਾਰ ਹਿਸਾਬ ਕਰਨ ਤੋਂ ਵਧੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੋਂ ਗੁਰੂ ਕੇ ਪਿਆਰਿਓ ਵੇਈ ਨਦੀ ਰਾਹੀਂ ਚੁੱਭੀ ਮਾਰ ਕੇ ਸੱਚਖੰਡ ਜਾਣਾ ਕੀਤਾ। ਉਥੋਂ ਮੂਲ ਮੰਤਰ, ਗੁਰਮੰਤਰ, ਮਹਾਮੰਤਰ ਲਿਆ ਕਰਕੇ ਸੰਗਤ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਚਾਰਿਆ। ਗਰੀਬ ਨਿਵਾਜ ਜੀ ਜਿਸ ਵੇਲੇ ਤੀਜੇ ਦਿਨ ਸੱਚਖੰਡ ਤੋਂ ਵਾਪਸ ਆਏ, ਗੋਹਜ ਪੋਥੀ ਵਿੱਚ ਜ਼ਿਕਰ ਹੈ, ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸੇਵਕ ਨੂੰ ਭੇਜ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਬੇਬੇ ਨਾਨਕੀ ਜੀ ਦੇ ਘਰੋਂ ਮੰਗਵਾਈ ਅਤੇ ਜਿੰਨੀ ਸੰਗਤ ਆਈ ਸਾਰਿਆਂ ਨੂੰ ਵਰਤਾਈ। ਨਾਲ ਗੁਰਮੰਤਰ, ਮੂਲ ਮੰਤਰ, ਦੀਖਿਆ ਦੇ ਕੇ ਨਿਹਾਲ ਕੀਤਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸੁਲਤਾਨਪੁਰ ਤੋਂ ਸਤਿਗੁਰੂ ਜੀ ਨੇ ਧਿਆਨ ਧਰ ਕੇ ਦੇਖਿਆ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਪਹਿਲਾ ਪੜਾਅ ਸੋ ਗਰੀਬ ਸਿੱਖ ਜੋ ਪਰਮੇਸ਼ਰ ਦੀ ਬੰਦਗੀ ਕਰ ਰਿਹਾ ਸੀ, ਭਾਈ ਲਾਲੋ ਜੀ ਦੇ ਗ੍ਰਹਿ ਕੀਤਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਰਹਿੰਦਿਆਂ
ਮਲਕ ਭਾਗੋ ਨੇ ਜਦੋਂ ਬ੍ਰਹਮ ਭੋਜ ਕੀਤਾ, ਸਤਿਗੁਰੂ ਜੀ ਨਾ ਗਏ, ਗੁੱਸੇ 'ਚ ਆਇਆ, ਸੱਦਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਤੇ ਮਲਕ ਭਾਗੋ ਦੇ ਪੂੜਿਆਂ 'ਚੋਂ ਲਹੂ ਕੱਢ ਕੇ ਵਿਖਾਤਾ। ਇਸ ਤਰ੍ਹਾਂ ਸ਼ਰਮਿੰਦਾ ਹੋਇਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੋ ਗੁਰੂ ਕੇ ਪਿਆਰਿਓ ਸੰਗਲਾ ਦੀਪ ਦੇ ਵਿੱਚ ਜੋ ਰਾਜਾ ਸ਼ਿਵਨਾਭ ਸਤਿਗੁਰੂ ਜੀ ਨੂੰ ਯਾਦ ਕਰਦਾ ਸੀ, ਸਤਿਗੁਰੂ ਜੀ ਪਹੁੰਚੇ। ਭਾਈ ਮਾਨੁਸਖ ਸ਼ਾਹੂਕਾਰ ਦੇ ਰਾਹੀਂ ਇਹ ਸਤਿਗੁਰੂ ਜੀ ਦਾ ਸ਼ਰਧਾਲੂ ਬਣਿਆ ਸੀ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉੱਥੋਂ ਦੀਆਂ ਪਦਮਨੀ ਜਾਤੀ ਦੀਆਂ ਇਸਤਰੀਆਂ ਸਤਿਗੁਰੂ ਜੀ ਨੂੰ ਵੋਹਣ ਆਈਆਂ। ਗਾਛੋ ਪੁੱਤਰੀ ਰਾਜ ਕੁਆਰ, ਨਾਮ ਪੜੋ ਸੱਚ ਦੋਤ ਸਵਾਰ। ਇਹ ਵਚਨ ਕਹਿ ਕਰਕੇ ਸੋ ਉਹਨਾਂ ਦੇ ਹਿਰਦੇ ਚੋਂ ਕਾਮ ਵਾਸ਼ਨਾ ਮੇਟ ਦਿੱਤੀ ਔਰ ਪਰਮੇਸ਼ਰ ਦੀ ਭਗਤੀ ਚ ਲਾ ਦਿੱਤਾ। ਤ੍ਰਿਆ ਰਾਜ ਨੂਰ ਸ਼ਾਹ ਨੂੰ ਸਤਿਗੁਰੂ ਜੀ ਨੇ ਸੱਚ ਦਾ ਉਪਦੇਸ਼ ਨਾਮ ਬਾਣੀ ਦੇ ਨਾਲ ਨਿਹਾਲ ਕੀਤਾ। ਸੋ ਇਸੇ ਤਰ੍ਹਾਂ ਭਰਥਰੀ ਜੋਗੀ ਕਹੋ ਨਾਨਕ ਕਹੋ ਭਰਥਰ, ਨਿਰਮਲ ਨਾਮ ਮੇਰਾ ਆਧਾਰ। ਇਸ ਪ੍ਰਕਾਰ ਦੇ ਸ਼ਬਦ ਉਚਾਰ ਕੇ ਸਤਿਗੁਰੂ ਜੀ ਨੇ ਭਰਥਰੀ ਜੋਗੀ ਨੂੰ ਉਪਦੇਸ਼ ਦਿੱਤਾ, ਜਿਸ ਦੀ ਉਸ ਵੇਲੇ 1500 ਸਾਲ ਦੀ ਉਮਰ ਸੀ। ਕੌਡੇ ਜੈਸੇ ਰਾਖਸ਼ਾਂ ਨੂੰ ਸਤਿਗੁਰੂ ਜੀ ਨੇ ਨਿਹਾਲ ਕੀਤਾ। ਸਾਲਸਰਾਏ ਜੌਹਰੀ ਨੂੰ ਨਿਹਾਲ ਕੀਤਾ। 18 ਟਾਪੂਆਂ ਦੇ ਜੋ ਰਾਜੇ ਸੁਦਰ ਸੈਨ, ਮਧੁਰ ਸੈਨ, ਕਮਲ ਨੈਣ ਜੈਸੇ ਸਾਰੇ ਰਾਜਿਆਂ ਨੂੰ ਉਪਦੇਸ਼ ਦੇ ਕੇ ਸਮੇਤ ਪਰਜਾ ਦੇ ਨਿਹਾਲ ਕੀਤਾ। ਮੱਕੇ ਸਤਿਗੁਰੂ ਜੀ ਗਏ। ਸੋ ਮੱਕੇ ਮਦੀਨੇ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਮੱਕੇ ਕਾਜੀ ਰੁਕਨਦੀਨ ਨੂੰ ਨਿਹਾਲ ਕੀਤਾ। ਗੁਰੂ ਕਾ ਇਹੋ ਜਿਹਾ ਸ਼ਰਧਾਲੂ ਬਣਿਆ ਸ਼ਹੀਦੀ ਪ੍ਰਾਪਤ ਕਰ ਲਈ, ਪਰ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਨਾ ਛੱਡਿਆ। ਸੋ ਇਸੇ ਤਰ੍ਹਾਂ ਮਦੀਨੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਸੋ ਮੁਹੰਮਦ ਸਾਹਿਬ ਜੀ ਦੀ ਕਬਰ ਨੇ ਝੁੱਕ ਕੇ ਸਲਾਮ ਕੀਤੀ, ਸਿਜਦਾ ਕੀਤਾ। ਮੱਕੇ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਮੱਕਾ ਫਿਰਿਆ। ਇਸ ਤਰ੍ਹਾਂ ਸੁਮੇਰ ਪਰਬਤ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ। ਸਿੱਧਾਂ ਦੇ ਨਾਲ ਚਰਚਾ ਹੋਈ। ਸਿੱਧਾਂ ਦੇ ਨਾਲ 3 ਵਾਰ ਚਰਚਾ ਹੋਈ। ਮੱਕੇ ਦੇ ਵਿੱਚ ਸਤਿਗੁਰੂ ਜੀ ਸੋ ਸੁਮੇਰ ਦੇ ਵਿੱਚ ਪਰਬਤ ਦੇ ਉੱਪਰ ਸਤਿਗੁਰੂ ਜੀ ਨੇ ਚਰਚਾ ਕਰਕੇ ਔਰ ਇਹਨਾਂ ਦੀ ਜੋ ਸ਼ਕਤੀ ਵਿਖਾ ਲਏ ਸੀ, ਇਹਨਾਂ ਨੂੰ ਹਰਾਇਆ। ਨਾਨਕ ਮਤਾ ਸਾਹਿਬ ਉਥੇ ਪਿੱਪਲ ਡਾਉਣ ਲੱਗੇ ਸੀ, ਸਤਿਗੁਰੂ ਜੀ ਨੇ ਰੋਕਿਆ। ਇਸੇ ਪ੍ਰਕਾਰ ਸੋ ਜੋ ਗੰਗਾ ਲਿਆਂਦੀ, ਪਿੱਪਲ ਤੋਂ ਮਠਿਆਈਆਂ ਚੜਾਈਆਂ। ਇਸ ਤਰ੍ਹਾਂ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਦੁੱਧ ਜੋ ਖੂਹ ਦਾ ਬਣਾਤਾ। ਇੱਕ ਤਿਲ ਜੋ ਸੀ ਉਹ ਸਾਰਾ ਘੋਟ, ਇੱਕ ਤਿਲ ਸਾਰੇ ਸਿੱਧਾਂ ਦੇ ਵਿੱਚ ਘੋਟ ਕਰਕੇ ਵੰਡਿਆ। ਇਸ ਪ੍ਰਕਾਰ ਸਿੱਧਾਂ ਨੂੰ ਉੱਥੇ ਚਰਚਾ ਕੀਤੀ ਔਰ ਅਖੀਰ ਤੀਜੀ ਚਰਚਾ ਜੋ ਹੈ ਅਚਲ ਬਟਾਲੇ ਗੁਰੂ ਕੇ ਪਿਆਰਿਓ ਸਤਿਗੁਰੂ ਗਰੀਬ ਨਿਵਾਸ ਜੀ ਦੇ ਨਾਲ ਹੋਈ। ਚਰਚਾ ਕੀਤੀ, ਲੁਕਣ ਮਿਚੀ ਖੇਡੀ, ਸ਼ਕਤੀਆਂ ਵਿਖਾਈਆਂ। ਆਖਰ ਨੂੰ ਜਦੋਂ ਸਤਿਗੁਰੂ ਜੀ ਨੇ ਸਾਰਿਆਂ ਦੀ ਸ਼ਕਤੀ ਖੋਹ ਲਈ, ਉਹ ਭਾਈ ਸੰਗਤੀਆਂ ਦੇ ਜੀ ਦੇ ਕਹਿਣ ਤੋਂ ਫਿਰ ਇਹਨਾਂ ਦੀ ਸ਼ਕਤੀ ਵਾਪਸ ਕੀਤੀ। ਫਿਰ ਕਹਿ ਉੱਠੇ, ਵੱਡਾ ਪੁਰਖ ਪ੍ਰਗਟਿਆ, ਕਲ ਯੁਗ ਅੰਦਰ ਜੋਤ ਜਗਾਈ, ਸਿੱਧ ਬੋਲਨ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਕ ਪਸੁੰਡ, ਦੱਤਾਤਰੇ ਆਦਿਕ ਜੋ ਪੁਰੀਆਂ ਹਨ, ਧਰੂ ਪ੍ਰਹਿਲਾਦ ਦੀਆਂ ਪੁਰੀਆਂ ਤੇ ਮੁਬਾਰਕ ਚਰਨ ਪਾਏ। 9 ਖੰਡਾਂ ਦੀ ਪ੍ਰਿਥਵੀ ਤੇ ਸਤਿਗੁਰੂ ਜੀ ਨੇ ਆਪਣੇ ਮੁਬਾਰਕ ਚਰਨਾਂ ਦੇ ਨਾਲ ਸਾਰਿਆਂ ਨੂੰ ਪਵਿੱਤਰ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਨਾ, ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। 9 ਖੰਡ ਇਲਾਵਰਤ ਭਦਰ ਕੇਤਮਾਲ ਹਰ ਵਰਖ ਖੰਡ,
ਹਿਰਨ ਖੰਡ, ਚਮਕ ਖੰਡ, ਕੁਰੂ ਖੰਡ, ਕੇ ਪੁਰਖ ਖੰਡ ਤੇ ਭਾਰਤ ਖੰਡ। ਇਸ ਤਰ੍ਹਾਂ 9 ਖੰਡਾਂ ਨੂੰ, 7 ਦੀਪਾਂ ਨੂੰ, ਜੰਬੂ, ਕੁਸ਼ਾ, ਲਖਣ, ਸਵੇਤ, ਕਰੋਚ, ਸਾਲਮਲੀ ਔਰ ਪੁਸ਼ਕਰ ਆਦਿਕ ਦੀਪਾਂ ਨੂੰ ਸਾਰਿਆਂ ਨੂੰ ਸਤਿਗੁਰੂ ਜੀ ਨੇ ਤਾਰਿਆ। ਸੋ 54 ਚੱਕਾਂ ਨੂੰ ਉੱਤਰ, ਦੱਖਣ, ਪੂਰਬ, ਪੱਛਮ ਸਾਰੇ ਚੱਕਾਂ ਵਿੱਚ ਮੁਬਾਰਕ ਚਰਨ ਪਾਏ। ਸਤਿਗੁਰੂ ਗਰੀਬ ਨਿਵਾਸ ਜੀ ਦੇ ਜਿੱਥੇ ਜਿੱਥੇ ਚਰਨ ਪਏ, ਕਈ ਥਾਵਾਂ ਤੇ ਅਜੇ ਵੀ ਸਤਿਗੁਰੂ ਜੀ ਦੀਆਂ ਹੋਰਨਾਂ ਦੇਸ਼ਾਂ ਵਿੱਚ ਵੀ ਨਿਸ਼ਾਨੀਆਂ ਹਨ। ਸੋ ਮਹਾਂਪੁਰਖ ਦੱਸਦੇ ਹਨ, ਜਾਪਾਨ ਦੇ ਵਿੱਚ ਸਤਿਗੁਰੂ ਜੀ ਗਏ, ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਕੇ ਮੱਛੀਆਂ ਪਰੀਆਂ ਬਣ ਕੇ ਉੱਡੀਆਂ। ਇਸੇ ਤਰ੍ਹਾਂ ਸੋ ਗੁਰੂ ਕੇ ਪਿਆਰਿਓ, ਮੁਲਤਾਨ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਮੁਬਾਰਕ ਚਰਨ ਪਾਏ। ਮੁਲਤਾਨ ਦਾ ਜ਼ਿਕਰ ਅੱਗੇ ਕਰਦੇ ਹਾਂ। ਕੁਰਖੇਤਰ ਸਤਿਗੁਰੂ ਜੀ ਨਾਲ ਨਾਨੂ ਪੰਡਤ ਦੀ ਚਰਚਾ ਹੋਈ। ਮੂਰਖ ਮੂਰਖ ਕਰ, ਮਾਸ ਮਾਸ ਕਰ ਮੂਰਖ ਝਗੜੇ। ਇਸ ਪ੍ਰਕਾਰ ਉਪਦੇਸ਼ ਦੇ ਕੇ ਸਤਿਗੁਰੂ ਜੀ ਨੇ ਨਿਹਾਲ ਕੀਤਾ। ਮਾਸੋਂ ਸੋ ਕੌਣ ਮਾਸ ਕੌਣ ਸਾਗ ਕਹਾਵੈ, ਗਿਆਨ ਧਿਆਨ ਨਹੀਂ ਜਾਣੈ। ਇਹ ਉਪਦੇਸ਼ ਦੇ ਕਰਕੇ ਸਤਿਗੁਰੂ ਜੀ ਨੇ ਨਿਹਾਲ ਕੀਤਾ। ਗੰਗਾ ਤੇ ਸਤਿਗੁਰੂ ਜੀ ਗਏ। ਹਰਿਦੁਆਰ ਵਿੱਚ ਲਹਿੰਦੇ ਵੱਲ ਨੂੰ ਪਾਣੀ ਸੁੱਟ ਕੇ ਉੱਥੋਂ ਦੇ ਪੰਡਤਾਂ ਨੂੰ ਨਿਹਾਲ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਬ੍ਰਿਜ ਭੂਮੀ, ਅਯੁੱਧਿਆ, ਕਾਂਸ਼ੀ ਤੇ ਹੋਰ ਥਾਵਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਪਖੰਡਾਂ ਤੋਂ ਛੁਡਾ ਕੇ ਸੱਚ ਦਾ ਉਪਦੇਸ਼ ਦਿੱਤਾ। ਸੋ ਕਾਂਸ਼ੀ ਦੇ ਵਿੱਚ ਗੋਪਾਲ ਦੱਤ ਪੰਡਤ ਨੂੰ ਉਪਦੇਸ਼ ਦੇ ਕੇ ਜੋ ਸਾਰੇ ਸਾਧੂ ਮਹਾਤਮਾ ਦੇ ਨਾਲ ਚਰਚਾ ਕਰਦਾ ਸੀ, ਸਤਿਗੁਰੂ ਜੀ ਨੇ ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਇਹ ਸ਼ਬਦ ਉਚਾਰ ਕੇ ਨਿਹਾਲ ਕੀਤਾ। ਗੁਰੂ ਕੇ ਪਿਆਰਿਓ, ਜਿਹੜੇ ਥਾਵਾਂ ਦੇ ਸੋ ਜੋ ਅੱਗ ਦੇ ਨਾਲ ਸੜਦੇ ਸਨ ਨਗਰ, ਜੋ ਸਮੁੰਦਰ ਸੋ ਲਹਿਰਾਂ ਨਾਲ ਢਾਹ ਦਿੰਦਾ ਸੀ, ਉਹਨਾਂ ਦੀ ਰੱਖਿਆ ਕੀਤੀ। ਸਤਿਗੁਰੂ ਜੀ ਭੂਟਾਨ ਆਦਿਕ ਦੇਸ਼ਾਂ ਵਿੱਚ ਗਏ, ਜਿੱਥੇ ਅੱਗ ਨਹੀਂ ਸੀ, ਅਗਨੀ ਨਹੀਂ ਸੀ, ਅਨਾਜ ਨਹੀਂ ਸੀ, ਉਹਨਾਂ ਨੂੰ ਅਗਨੀ ਤੇ ਅਨਾਜ ਦੇ ਕੇ ਨਿਹਾਲ ਕੀਤਾ। ਇਸ ਤਰ੍ਹਾਂ ਬਾਲਕ ਨੂੰ ਰਾਜਾ ਬਣਾਇਆ। ਕਾਰੂ ਨੂੰ ਜੋ ਸੋ 45 ਗੰਜ ਜੋੜ ਕੇ ਬੈਠਾ ਸੀ, ਸਤਿਗੁਰੂ ਜੀ ਨੇ ਸੱਚ ਦਾ ਧਰਮ, ਸੱਚ ਦੇ ਧਰਮ ਤੇ ਚਲਾਇਆ, ਮਾਇਆ ਦੇ ਮੋਹ ਤੋਂ ਛੁਡਾਇਆ। ਦਿੱਲੀ 'ਚ ਹਾਥੀ ਜਿੰਦਾ ਕੀਤਾ। ਭਾਈ ਮਰਦਾਨਾ ਜੀ ਦੀ ਪੂਜਾ ਜੋ ਸੰਕਲਪ ਕੀਤਾ ਸੀ, ਪੂਜਾ ਕਰਾਈ। ਇਸੇ ਤਰ੍ਹਾਂ ਦੁਖੀ ਸ਼ਾਹ ਦਾ ਉਧਾਰ ਕੀਤਾ। ਨਾਨਕ ਦੁਖੀਆ ਸਭ ਸੰਸਾਰ, ਇਹ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਇਸੇ ਤਰ੍ਹਾਂ ਸੋ ਕੋੜੀ ਫਕੀਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ, ਉਪਦੇਸ਼ ਦੇ ਕੇ ਕੋੜ ਮਿਟਿਆ। ਗੋਬਿੰਦ ਲੋਕਾਂ ਦਾ ਉਧਾਰ ਕੀਤਾ। ਏਮਨਾਬਾਦ ਵਿੱਚ ਬਾਬਰ ਦੀ ਕੈਦ ਤੋਂ ਬੰਦੀ ਲੋਕਾਂ ਨੂੰ ਛੁਡਾਇਆ। ਇਸੇ ਤਰ੍ਹਾਂ 100 ਸੁਹਾਗਣ ਦਾ ਮੂਲੇ ਦਾ ਉਧਾਰ ਕੀਤਾ। ਜਲਾਲ ਪੀਰ ਜੋ ਹੈ ਸ਼ੇਖ ਬ੍ਰਹਮ ਤੇ ਦਸਤਕੀਰ ਪੀਰ ਦਾ ਉਧਾਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਕੀਤਾ। ਮੁਲਤਾਨ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਅਚਲ ਸਾਹਿਬ ਤੋਂ ਸੋ ਸਿੱਧਾਂ ਨੂੰ ਨਿਹਾਲ ਕਰਕੇ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜਾਰਤ ਜਾਈ। ਅੱਗੋਂ ਪੀਰ ਮੁਲਤਾਨ ਤੇ ਦੁੱਧ ਕਟੋਰਾ ਭਰ ਲੈ ਆਈ। ਬਾਬੇ ਕੱਢ ਕੇ ਬਗਲ ਤੇ ਸੋ ਚੰਬੇਲੀ ਦਾ ਫੁੱਲ ਤਰਾਈ। ਜੋ ਗਾਗਰ ਵਿੱਚ ਸੰਗ ਸੋ ਸਾਗਰ ਵਿੱਚ ਗੰਗ ਸਮਾਈ। ਇਸ ਪ੍ਰਕਾਰ ਨਾਲ ਮੁਲਤਾਨ ਦੇ ਪੀਰਾਂ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਏ ਜਾਣਿਆ, ਤਾਂ ਗੁਰੂ ਕੇ ਪਿਆਰਿਓ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਦੁੱਧ ਦਾ ਕਟੋਰਾ ਨਕਾ ਨਕ ਭਰ ਕੇ ਲਿਆਂਦਾ। ਗੁਪਤ ਪ੍ਰਸ਼ਨ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਜਿਵੇਂ ਆ ਦੁੱਧ ਦਾ ਕਟੋਰਾ ਭਰਿਆ, ਇਹਦੇ ਵਿੱਚ ਹੋਰ ਦੁੱਧ ਨਹੀਂ ਸਮਾ ਸਕਦਾ। ਇਸ ਤਰ੍ਹਾਂ ਇਹ ਮੁਲਤਾਨ ਸ਼ਹਿਰ ਪੀਰਾਂ ਨਾਲ ਪਹਿਲਾਂ ਹੀ ਬੜਾ ਭਰਿਆ ਹੈ। ਇੱਥੇ ਹੋਰ ਕੋਈ ਪੀਰਾਂ ਦੀ ਹੁਣ ਗੁੰਜਾਇਸ਼ ਨਹੀਂ ਹੈ। ਕਹਿਣ ਤੋਂ ਭਾਵ ਆਪ ਜੀ ਚਲੇ ਜਾਓ।
ਸਤਿਗੁਰੂ ਜੀ ਨੇ ਚਮੇਲੀ ਦਾ ਫੁੱਲ ਉਹਦੇ ਉੱਪਰ ਰੱਖ ਦਿੱਤਾ। ਚਮੇਲੀ ਦਾ ਫੁੱਲ ਤਰਨ ਲੱਗ ਪਿਆ। ਮਹਾਰਾਜ ਜੀ ਨੇ ਜਣਾਇਆ ਕਿ ਜਿਵੇਂ ਆ ਚਮੇਲੀ ਦਾ ਫੁੱਲ ਰੱਖਿਆ, ਦੁੱਧ ਨਹੀਂ ਡੁੱਲਿਆ ਔਰ ਇਹਦੇ ਵਿੱਚ ਸੁਗੰਧੀ ਭਰ ਗਈ ਆ, ਇਸੇ ਤਰ੍ਹਾਂ ਸੋ ਇਹਦੇ ਉੱਪਰ ਤਰ ਰਿਹਾ, ਡੁੱਬਾ ਨਹੀਂ ਹੈ। ਇਸੇ ਤਰ੍ਹਾਂ ਸਾਡੇ ਆਉਣ ਦੇ ਨਾਲ ਤੁਹਾਨੂੰ ਕੋਈ ਵੀ ਤੰਗੀ ਨਹੀਂ ਹੋਵੇਗੀ, ਭਾਵੇਂ ਇਸ ਸ਼ਹਿਰ ਨੱਕਾ ਨੱਕ ਪੀਰਾਂ ਨਾਲ ਭਰਿਆ ਹੈ। ਅਸੀਂ ਰਵਾਂਗੇ ਤੁਹਾਡੇ ਨਾਲ, ਰਹਾਂਗੇ ਤੁਹਾਡੇ ਸ਼੍ਰੋਮਣੀ, ਜਿਵੇਂ ਚਮੇਲੀ ਦਾ ਫੁੱਲ ਉੱਤੇ ਹੈ, ਔਰ ਤੁਹਾਡੇ ਵਿੱਚ ਸੁਗੰਧੀ ਭਰ ਦਿਆਂਗੇ ਭਗਤੀ ਦੀ। ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭੇ ਨਿਵਾਇਆ, ਸਿੱਧ 84 ਮੰਡਲੀ, ਖੜ ਦਰਸ਼ਨ ਪਾਖੰਡ ਜਿਣਾਇਆ, ਪਾਤਾਲਾਂ ਆਕਾਸ਼ ਲਖ, ਜੀਤੀ ਧਰਤੀ ਜਗਤ ਸਬਾਇਆ, ਜੀਤੀ ਨੌਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ, ਦੇਵਦਾਨੋ ਰਾਖਸ਼ ਦੈਤ ਸਭ, ਚਿਤਗੁਪਤ ਸਭ ਚਰਨੀ ਲਾਇਆ, ਇੰਦਰਾਸਣ ਅਪਸ਼ਰਾ, ਰਾਗ ਰਾਗਨੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰਿਆਂ ਨੂੰ ਤਾਰਤਾ। ਕਿੰਨਿਆਂ ਨੂੰ ਤਾਰਿਆ ਉਹਦੀ ਗਿਣਤੀ ਨਹੀਂ ਹੋ ਸਕਦੀ। ਸੱਚਖੰਡ ਵਾਸੀ ਮਹਾਂਪੁਰਖ ਪੰਥ ਰਤਨ ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਲਿਖਦੇ ਹਨ, ਪ੍ਰੇਮ ਵਿੱਚ ਭਿੱਜ ਕੇ ਸਤਿਗੁਰੂ ਜੀ ਦੇ ਸਨਮੁਖ ਉਚਾਰਿਆ, ਜੱਟ ਤਾਰੇ ਭੱਟ ਤਾਰੇ ਲੱਕੜੀ ਦੇ ਕੱਟ ਤਾਰੇ, ਛਤਰੀ ਬ੍ਰਾਹਮਣ ਜੋ ਭੂਪਤ ਸੁਹਾਤ ਹੈ, ਨਾਈ ਤੇ ਸੁਨਾਰ ਤਾਰੇ ਕਰਦੇ ਵਪਾਰ ਤਾਰੇ, ਛੀਪੇ ਔ ਕੁਹਾਰ ਤਾਰੇ ਸਾਮ ਜੋਈ ਆਤ ਹੈ, ਨਾਰ ਨਾਰ ਬ੍ਰਿਧ ਬਾਲ ਹਿੰਦੂ ਔ ਮੁਸਲਮਾਨ, ਦੇਸੀ ਪਰਦੇਸੀ ਤਾਰੇ ਚਰਨ ਪ੍ਰਸਾਦ ਹੈ, ਪਿਆਰੇ ਗੁਰੂ ਨਾਨਕ ਜੀ ਗਿਣਤੀ ਨ ਆਵੈ ਮੋਹੇ, ਤਾਰੇ ਗਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਇਹੋ ਜੀ ਮਹਿਮਾ ਦੇ ਮਾਲਕ ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਗੁਰਪੁਰਬ ਦੀਆਂ ਦਾਸਾਂ ਵੱਲੋਂ, ਦਮਦਮੀ ਟਕਸਾਲ ਸਦਰਵਾਲਾ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ, ਸਮੂਹ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।